Hello guys, welcome back on my YouTube channel. My name is Harpreet Singh and you are watching Commerce EduTech. Today I am going to deliver a next lecture on plus 2 accountancy and the topic is retirement of a partner. ਨਵਾਂ ਚੈਪਟਰ ਸਟਾਰਟ ਕਰਨ ਲੱਗੇ ਅੱਜ ਆਪਾਂ ਰਿਟਾਇਰਮੈਂਟ ਆਫ ਅ ਪਾਰਟਨਰ। ਪਹਿਲਾਂ ਆਪਾਂ ਐਡਮਿਸ਼ਨ ਚੈਪਟਰ ਜਿਹੜਾ ਹੈ ਉਹ ਕਲੋਜ਼ ਕੀਤਾ, ਉਸ ਦੇ ਕੁਝ ਕੁਐਸਚਨਸ ਵੀ ਦਿੱਤੇ ਸੀ ਤੁਹਾਨੂੰ। ਆਈ ਹੋਪ ਕਿ ਤੁਸੀਂ ਉਹ ਕੁਐਸਚਨ ਜਿਹੜੇ ਆ ਸੋਲਵ ਕੀਤੇ ਹੋਣਗੇ। ਰਿਟਾਇਰਮੈਂਟ ਦੇ ਵਿੱਚ ਅੱਜ ਆਪਾਂ ਦੇਖਣਾ ਹੈ ਕਿ ਹਾਊ ਟੂ ਸੋਲਵ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਸੈਕਰੀਫਾਈਸਿੰਗ ਐਂਡ ਗੇਨਿੰਗ ਰੇਸ਼ੋ। ਸੋ ਲੈਟਸ ਸਟਾਰਟ ਆ ਟੋਪਿਕ। ਮੀਨਿੰਗ ਦੇਖਦੇ ਹਾਂ ਸਭ ਤੋਂ ਪਹਿਲਾਂ ਰਿਟਾਇਰਮੈਂਟ ਦਾ ਕੀ ਹੁੰਦਾ ਹੈ। ਵੈਸੇ ਬੜਾ ਜਨਰਲ ਮੀਨਿੰਗ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਕੋਈ ਵੀ ਪਰਸਨ ਜਿਹੜਾ ਹੈ ਬਾਏ ਐਨੀ ਰੀਜ਼ਨ ਆਪਣੇ ਆਪ ਨੂੰ ਕਿਸੇ ਫਰਮ, ਕਿਸੇ ਬਿਜ਼ਨਸ, ਕਿਸੇ ਜੋਬ ਤੋਂ ਵਿਡਰਾਅ ਕਰ ਲੈਂਦਾ ਤਾਂ ਉਸ ਨੂੰ ਅਸੀਂ ਬੋਲਦੇ ਹਾਂ ਰਿਟਾਇਰਮੈਂਟ। ਠੀਕ ਆ, ਉਹ ਵੋਲੰਟਰਲੀ ਵੀ ਹੋ ਸਕਦੀ ਹੈ, ਇੱਕ ਟਾਈਮ ਪੀਰੀਅਡ ਖਤਮ ਹੋਣ 'ਤੇ ਵੀ ਹੋ ਸਕਦੀ ਹੈ, ਉਹਦਾ ਰੀਜ਼ਨ ਕੋਈ ਵੀ ਹੋ ਸਕਦਾ। ਸੋ ਮੀਨਿੰਗ ਦੇਖਦੇ ਹਾਂ ਆਪਾਂ। ਪਾਰਟਨਰ ਮੇ ਵਿਡਰਾਅ ਹਿਮਸੈਲਫ ਫਰੋਮ ਦਾ ਪਾਰਟਨਰਸ਼ਿਪ ਫਰਮ। ਉਹ ਆਪਣੇ ਆਪ ਨੂੰ ਵਿਡਰਾਅ ਕਰ ਸਕਦਾ ਕਿਉਂਕਿ ਇਹਦਾ ਰਾਈਟ ਹੈ, ਰਾਈਟ ਟੂ ਰਿਟਾਇਰ। ਇਹ ਪਾਰਟਨਰ ਦਾ ਰਾਈਟ ਹੈ। ਦਿਸ ਮੀਨਸ ਦੈਟ ਦਾ ਓਲਡ ਪਾਰਟਨਰਸ਼ਿਪ ਇਜ਼ ਕਮਸ ਟੂ ਐਨ ਐਂਡ। ਨਾਟ ਪਾਰਟਨਰਸ਼ਿਪ ਫਰਮ ਦੀ ਗੱਲ ਨਹੀਂ ਕਰ ਰਹੇ, ਪਾਰਟਨਰਸ਼ਿਪ। ਪਾਰਟਨਰਸ਼ਿਪ ਕੀ ਸੀ? ਇੱਕ ਮਿਊਚੁਅਲ ਐਗਰੀਮੈਂਟ ਸੀ ਬਿਟਵੀਨ ਦਾ ਪਰਸਨਸ। ਸੋ ਉਹ ਜਿਹੜਾ ਐਗਰੀਮੈਂਟ ਹੈ, ਜੋ ਕੌਂਟਰੈਕਚੁਅਲ ਰਿਲੇਸ਼ਨ ਹੈ, ਉਹ ਖਤਮ ਹੋ ਜਾਏਗਾ ਔਰ ਇਸ ਤੋਂ ਬਾਅਦ ਇੱਕ ਨਵਾਂ ਕੌਂਟਰੈਕਚੁਅਲ ਐਗਰੀਮੈਂਟ ਜਿਹੜਾ ਹੈ ਉਹ ਸਟਾਰਟ ਹੋਏਗਾ ਵਿਦਿਨ ਦ ਰਿਮੇਨਿੰਗ ਪਾਰਟਨਰ। ਜੋ ਪਿੱਛੇ ਰਿਮੇਨਿੰਗ ਬਚਣਗੇ ਉਹਨਾਂ ਦੇ ਵਿਚਕਾਰ। ਦਿਸ ਐਗਜ਼ਿਟ ਔਰ ਵਿਡਰਾਅਲ ਆਫ ਅ ਪਾਰਟਨਰ ਕਾਲਡ ਐਜ਼ ਰਿਟਾਇਰਮੈਂਟ। ਇਸੇ ਨੂੰ ਅਸੀਂ ਰਿਟਾਇਰਮੈਂਟ ਬੋਲਦੇ ਹਾਂ। ਇਟ ਕੁਡ ਹੈਪਨ ਬਾਏ, ਇਸ ਨੂੰ ਇਹ ਕਿਵੇਂ ਹੋ ਸਕਦੀ ਹੈ ਰਿਟਾਇਰਮੈਂਟ? ਦਾ ਕੰਸੈਂਟ ਆਫ ਆਲ ਦੀ ਅਦਰ ਪਾਰਟਨਰ। ਤੁਹਾਡਾ ਟੈਨਿਊਰ ਨਹੀਂ ਕਲੋਜ਼ ਹੋਇਆ, ਐਗਰੀਮੈਂਟ ਦੇ ਵਿੱਚ ਨਹੀਂ ਲਿਖਿਆ ਸੀ ਕਿ ਤੁਸੀਂ ਇਸ ਡੇਟ ਨੂੰ ਜਾਓਗੇ, ਬਸ ਤੁਹਾਡਾ ਮਨ ਕੀਤਾ, ਤੁਸੀਂ ਬਾਕੀਆਂ ਦੀ ਕੰਸੈਂਟ ਲਈ ਔਰ ਤੁਸੀਂ ਫਰਮ ਦੇ ਵਿੱਚੋਂ ਆਪਣੇ ਆਪ ਨੂੰ ਵਿਡਰਾਅ ਕਰ ਸਕਦੇ ਹੋ ਇਨ ਅਕੋਰਡੈਂਸ ਵਿਦ ਦਾ ਪ੍ਰੋਵੀਜ਼ਨਸ ਆਫ ਐਗਰੀਮੈਂਟ ਮੇਡ ਬਾਏ ਦਾ ਪਾਰਟਨਰ। ਹੁਣ ਜੋ ਤੁਸੀਂ ਐਗਰੀਮੈਂਟ ਕੀਤਾ ਉਹਦੀਆਂ ਪ੍ਰੋਵੀਜ਼ਨਸ ਦੇ ਅਕੋਰਡਿੰਗ, ਜੋ ਤੁਸੀਂ ਐਗਰੀ ਹੋਏ ਸੀ ਕਿ ਇੰਨੇ ਟਾਈਮ ਦੇ ਲਈ ਹੀ ਮੈਂ ਫਰਮ ਦੇ ਵਿੱਚ ਹਾਂ, ਜਾਂ ਤੁਸੀਂ ਇਹ ਐਗਰੀਮੈਂਟ ਕੀਤਾ ਹੈ ਪਾਰਟਨਰਸ਼ਿਪ ਡੀਡ ਦੇ ਵਿੱਚ ਕਿ ਕੋਈ ਪਾਰਟਨਰ ਜਿਹੜਾ ਹੈ 55, 58, 60 ਏਜ ਤੋਂ ਬਾਅਦ ਜਿਹੜਾ ਹੈ ਫਰਮ ਦੇ ਵਿੱਚ ਨਹੀਂ ਰਹਿ ਸਕਦਾ, ਉਸ ਨੂੰ ਰਿਟਾਇਰਮੈਂਟ ਲੈਣੀ ਪਏਗੀ। ਇਹ ਤੁਹਾਡੀਆਂ ਟਰਮਸ ਨੇ ਐਗਰੀਮੈਂਟ ਦੀਆਂ। ਨੈਕਸਟ ਪੁਆਇੰਟ ਹੈ ਇਫ ਦਾ ਪਾਰਟਨਰਸ਼ਿਪ ਇਜ਼ ਐਟ ਵਿਲ। ਅਗਰ ਤੁਹਾਡੀ ਪਾਰਟਨਰਸ਼ਿਪ ਐਟ ਵਿਲ ਹੈ, ਐਟ ਵਿਲ ਦਾ ਮਤਲਬ ਕੀ ਹੈ ਕਿ ਉਹ ਫਿਕਸ ਨਹੀਂ ਸੀ ਕਿਸੇ ਟਾਈਮ ਦੇ ਲਈ। ਜਿਵੇਂ ਹੁਣ ਦੇਖੋ, ਪਹਿਲਾਂ ਤਾਂ ਅਸੀਂ ਲਿਆ ਸੀ ਇਨ ਅਕੋਰਡੈਂਸ ਵਿਦ ਦਾ ਪ੍ਰੋਵੀਜ਼ਨ ਆਫ ਐਗਰੀਮੈਂਟ, ਕਿ ਐਗਰੀਮੈਂਟ ਦੇ ਵਿੱਚ ਪ੍ਰੋਵੀਜ਼ਨ ਲੱਗੀ ਹੋਈ ਹੈ ਕਿ ਤੁਸੀਂ 60 ਏਜ ਤੱਕ ਜਿਹੜਾ ਹੈ ਰਿਟਾਇਰਮੈਂਟ ਲੈਣੀ ਹੈ। ਇਹ ਤਾਂ ਕੰਪਲਸ਼ਨ ਹੋ ਗਈ, ਇਹ ਪ੍ਰੋਵੀਜ਼ਨ ਹੈ। ਲੇਕਿਨ ਐਟ ਵਿਲ ਦਾ ਮਤਲਬ ਕੀ ਹੈ ਕਿ ਜਿੱਥੇ ਪਾਰਟਨਰਸ਼ਿਪ ਤੁਹਾਡੀ ਮਰਜ਼ੀ 'ਤੇ ਚੱਲੇਗੀ, ਤੁਸੀਂ ਜਿੰਨਾ ਟਾਈਮ ਮਰਜ਼ੀ ਫਰਮ ਨੂੰ ਚਲਾ ਸਕਦੇ ਹੋ, ਜਿੰਨਾ ਟਾਈਮ ਮਰਜ਼ੀ ਤੁਸੀਂ ਖੁਦ ਐਜ਼ ਅ ਬਿਜ਼ਨਸ ਦੇ ਵਿੱਚ, ਐਜ਼ ਅ ਬਿਜ਼ਨਸਮੈਨ, ਐਜ਼ ਅ ਪਾਰਟਨਰ ਉੱਥੇ ਰਹਿ ਸਕਦੇ ਹੋ। ਇਹ ਹੁੰਦੀ ਹੈ ਐਟ ਵਿਲ। ਸੋ ਇੱਥੇ ਅਗਰ ਐਟ ਵਿਲ ਹੈ, ਤੁਹਾਡੀ ਕੋਈ ਏਜ ਤਾਂ ਪਹਿਲਾਂ ਦੀ ਡਿਸਾਈਡ ਨਹੀਂ ਕੀਤੀ ਹੋਈ, ਲੇਕਿਨ ਅਗਰ ਤੁਸੀਂ ਰਿਟਾਇਰਮੈਂਟ ਕਰਨੀ ਹੈ ਦੈਨ ਕੀ ਹੋਊਗਾ? ਬਾਏ ਗਿਵਿੰਗ ਅ ਨੋਟਿਸ ਇਨ ਰਾਈਟਿੰਗ ਟੂ ਆਲ ਦੀ ਅਦਰ ਪਾਰਟਨਰ ਆਫ ਹਿਜ਼ ਇੰਟੈਂਸ਼ਨ ਟੂ ਰਿਟਾਇਰ। ਤਾਂ ਉੱਥੇ ਪਾਰਟਨਰ ਨੂੰ, ਬਾਕੀ ਪਾਰਟਨਰਸ ਨੂੰ ਆਪਣਾ ਇੱਕ ਰਿਟਨ ਨੋਟਿਸ ਜਿਹੜਾ ਹੈ ਸਰਵ ਕਰਨਾ ਪਏਗਾ ਔਰ ਉਸ ਨੋਟਿਸ ਦੇ ਅੰਦਰ ਜਿਹੜਾ ਹੈ ਇਹ ਚੀਜ਼ ਦੇਖੀ ਜਾਏਗੀ ਕਿ ਪਾਰਟਨਰ ਜਿਹੜਾ ਹੈ ਉਹ ਰਿਟਾਇਰ ਹੋਣਾ ਚਾਹੁੰਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਹੈ ਆਪਣੀਆਂ ਲਾਇਬਿਲਿਟੀਜ਼ ਦੀ ਗੱਲ ਕਰੀਏ ਕਿ ਰਿਟਾਇਰਿੰਗ ਪਾਰਟਨਰ ਜੋ ਹੈ ਉਸ ਦੀਆਂ ਲਾਇਬਿਲਿਟੀਜ਼ ਕਿਹੜੀਆਂ ਹੋਣਗੀਆਂ ਫਿਰ ਫਰਮ ਦੇ ਅੰਦਰ। ਲਾਇਬਿਲਿਟੀਜ਼ ਫॉर द ਐਕਟ ਡਨ ਬਿਫੋਰ ਰਿਟਾਇਰਮੈਂਟ। ਅਗਰ ਅਸੀਂ ਰਿਟਾਇਰਮੈਂਟ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਹਦੇ ਲਈ ਉਹ ਕਿੰਨਾ ਕੁ ਲਾਇਬਲ ਹੋਏਗਾ? ਹੀ ਵਿਲ ਲਾਇਬਲ ਅਨਟਿਲ ਦ ਰਿਟਾਇਰਿੰਗ ਪਾਰਟਨਰ ਮੇ ਡਿਸਚਾਰਜ ਹਿਮ ਫਰੋਮ ਹਿਜ਼ ਲਾਇਬਿਲਿਟੀਜ਼। ਲਾਇਬਿਲਿਟੀ ਫॉर द ਐਕਟ ਡਨ ਬਿਫੋਰ ਰਿਟਾਇਰਮੈਂਟ, ਕਿ ਰਿਟਾਇਰਮੈਂਟ ਤੋਂ ਪਹਿਲਾਂ ਦੀਆਂ ਜੋ ਲਾਇਬਿਲਿਟੀਜ਼ ਨੇ ਤਾਂ ਉਹ ਉਸ ਦੇ ਲਈ ਲਾਇਬਲ ਰਹੇਗਾ ਜਦ ਤੱਕ ਜੋ ਰਿਮੇਨਿੰਗ ਪਾਰਟਨਰ ਹੈ ਉਹ ਉਸ ਨੂੰ ਡਿਸਚਾਰਜ ਨਹੀਂ ਕਰ ਦਿੰਦੇ ਉਹਦੀਆਂ ਲਾਇਬਿਲਿਟੀਜ਼ ਤੋਂ। ਦੇਖੋ, ਇਹ ਆਮ ਤੌਰ ਦੇ ਉੱਪਰ ਰਿਟਨ ਹੀ ਹੋਣਾ ਚਾਹੀਦਾ ਹੈ ਨਾ, ਕਿਉਂਕਿ ਵਰਬਲੀ ਅਗਰ ਕੋਈ ਬੋਲਦੇ ਹੋਏ ਠੀਕ ਹੈ ਯਾਰ ਤੂੰ ਨਹੀਂ ਹੈਗਾ ਲਾਇਬਲ, ਤਾਂ ਤੁਹਾਡੇ ਕੋਲ ਇਸ ਚੀਜ਼ ਦਾ ਕੋਈ ਪ੍ਰੂਫ ਨਹੀਂ ਹੈ। ਕੱਲ੍ਹ ਨੂੰ ਵੀ ਤੁਹਾਡੀ ਰਿਟਾਇਰਮੈਂਟ ਤੋਂ ਬਾਅਦ ਵੀ ਤੁਹਾਡੇ ਤੋਂ ਉਹਨਾਂ ਲਾਇਬਿਲਿਟੀਜ਼ ਦੇ ਲਈ ਕਲੇਮ ਮੰਗਿਆ ਜਾ ਸਕਦਾ ਜੋ ਲਾਇਬਿਲਿਟੀਜ਼ ਤੁਸੀਂ ਫਰਮ ਦੇ ਅੰਦਰ ਰਹਿੰਦੇ ਹੋਏ ਉਹ ਲਾਇਬਿਲਿਟੀਜ਼ ਅਰਾਈਜ਼ ਹੋਈਆਂ, ਉਹ ਕ੍ਰੀਏਟ ਹੋਈਆਂ। ਯੂ ਵਿਲ ਸਟਿਲ ਲਾਇਬਲ ਫॉर ਦੋਜ਼ ਲਾਇਬਿਲਿਟੀਜ਼। ਤੁਸੀਂ ਲਾਇਬਲ ਹੋਵੋਗੇ ਉਹਨਾਂ ਦੇ ਲਈ। ਸੋ ਇਸ ਕਰਕੇ ਅਗਰ ਅਸੀਂ ਉਹਨਾਂ ਲਾਇਬਿਲਿਟੀਜ਼ ਤੋਂ ਬਚਣਾ ਦੈਨ ਸਾਨੂੰ ਕੀ ਕਰਨਾ ਪਊਗਾ? ਬਾਕੀ ਪਾਰਟਨਰਸ ਤੋਂ ਇੱਕ ਕੰਸੈਂਟ ਲੈਣੀ ਪਊਗੀ ਰਿਟਨ ਫਾਰਮ ਦੇ ਅੰਦਰ ਕਿ ਅਗਰ ਉਹ ਸਾਨੂੰ ਡਿਸਚਾਰਜ ਕਰਦੇ ਆ ਤਾਂ ਫਿਰ ਅਸੀਂ ਉਹਨਾਂ ਦੀ ਲਾਇਬਲ ਨਹੀਂ ਹੋਵਾਂਗੇ। ਨੈਕਸਟ ਹੈ ਲਾਇਬਿਲਿਟੀ ਫॉर ਐਕਟ ਡਨ ਆਫਟਰ ਦਾ ਰਿਟਾਇਰਮੈਂਟ।
देखो क्या ये हो सकता है कि रिटायरमेंट होगी उस तो बाद भी कोई लाइबिलिटी राइज होंगी है, ये हो सकता है। वो पार्टनर नहीं करेगा वो लाइबिलिटी ਨੂੰ ਰਾਈਜ਼, ਲੇਕਿਨ ਬਾਕੀ ਤਾਂ ਕਰਨਗੇ ਨਾ। ਸੋ ਜਦੋਂ ਅਸੀਂ ਰਿਟਾਇਰਮੈਂਟ ਲੈਂਦੇ ਹਾਂ ਫਰਮ ਦੇ ਵਿੱਚ, ਉਹਦਾ ਪ੍ਰੋਸੀਜਰ ਕੀ ਹੈ ਕਿ ਪਾਰਟਨਰ, ਆਊਟਗੋਇੰਗ ਪਾਰਟਨਰ ਨੂੰ ਇੱਕ ਪਬਲਿਕ ਨੋਟਿਸ ਜਿਹੜਾ ਹੈ ਉਹ ਦੇਣਾ ਪਏਗਾ। ਪਬਲਿਕ ਨੋਟਿਸ ਕਾਹਦੇ 'ਚ ਦਿੱਤਾ ਜਾਏਗਾ? ਨਿਊਜ਼ਪੇਪਰ ਦੇ ਵਿੱਚ ਓਬਵੀਅਸਲੀ। ਇੱਕ ਜਿਹੜੀ ਉੱਥੋਂ ਦੀ ਲੋਕਲ ਲੈਂਗੁਏਜ ਹੋਏਗੀ ਔਰ ਇੱਕ ਇੰਗਲਿਸ਼ ਲੈਂਗੁਏਜ ਦੇ ਵਿੱਚ ਇਹ ਜਿਹੜਾ ਨੋਟਿਸ ਹੈ ਸਰਵ ਕਰਨਾ ਪਏਗਾ ਉਸਨੂੰ। ਅਦਰਵਾਈਜ਼ still he will remain liable for the future liabilities of the firm। ਅਗਰ ਉਹ ਇਹ ਨੋਟਿਸ ਸਰਵ ਨਹੀਂ ਕਰਦਾ ਪਬਲਿਕਲੀ ਤਾਂ ਫਿਊਚਰ ਦੇ ਵਿੱਚ ਵੀ ਉਹ ਫਰਮ ਦੀਆਂ ਲਾਇਬਿਲਿਟੀਜ਼ ਦੇ ਲਈ ਓਨਾ ਹੀ ਲਾਇਬਲ ਰਹੇਗਾ ਜਿੰਨਾ ਕਿ ਉਹ ਐਜ਼ ਅ ਪਾਰਟਨਰ ਲਾਇਬਲ ਸੀ। ਕਲੀਅਰ? ਸੋ ਇਸ ਕਰਕੇ ਇੱਥੇ ਇੱਕ ਨੋਟਿਸ ਸਰਵ ਕਰਨਾ ਜਿਹੜਾ ਹੈ ਉਹ ਜ਼ਰੂਰੀ ਹੈ। ਨੈਕਸਟ ਪੁਆਇੰਟ ਹੈ ਕੈਲਕੂਲੇਸ਼ਨ ਆਫ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਸੈਕਰੀਫਾਈਸਿੰਗ ਰੇਸ਼ੋ ਐਂਡ ਗੇਨਿੰਗ ਰੇਸ਼ੋ। ਹੁਣ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਜੋ ਸਾਡਾ ਨੂਮੈਰੀਕਲ ਪਾਰਟ ਸਟਾਰਟ ਹੋਏਗਾ। ਇੱਥੇ ਤੱਕ ਸਾਡਾ ਥਿਓਰੈਟੀਕਲ ਪੋਰਸ਼ਨ ਸੀ ਕਿ ਰਿਟਾਇਰਮੈਂਟ ਕਿਸ ਤਰ੍ਹਾਂ ਹੁੰਦੀ ਹੈ ਔਰ ਉੱਥੇ ਪਾਰਟਨਰ ਦੀ ਜੋ ਆਊਟਗੋਇੰਗ ਪਾਰਟਨਰ ਹੈ ਉਸਦੀ ਲਾਇਬਿਲਿਟੀ ਕੀ ਹੈ। ਹੁਣ ਇੱਥੋਂ ਸਾਡਾ ਨੂਮੈਰਿਕ ਪੋਰਸ਼ਨ ਸਟਾਰਟ ਹੋਏਗਾ। ਕੇਸ 1 ਕੀ ਹੈ ਇਹਦੇ ਅੰਦਰ? ਵੈਨ ਅ ਪਾਰਟਨਰ ਇਜ਼ ਰਿਟਾਇਰਡ ਫਰੋਮ ਦ ਫਰਮ ਐਂਡ ਨੋ ਫਰਦਰ ਇਨਫੋਰਮੇਸ਼ਨ ਇਜ਼ ਗਿਵਨ ਫॉर द न्यू रेशो। ਇੱਕ ਪਾਰਟਨਰ ਜੋ ਹੈ ਉਹ ਫਰਮ ਦੇ ਵਿੱਚੋਂ ਜਾ ਰਿਹਾ ਔਰ ਜੋ ਰਿਮੇਨਿੰਗ ਪਾਰਟਨਰ ਹੈ ਉਹਨਾਂ ਦੇ ਸ਼ੇਅਰ ਦੀ ਕੋਈ ਫਰਦਰ ਅੱਗੇ ਇਨਫੋਰਮੇਸ਼ਨ ਜਿਹੜੀ ਹੈ ਕੁਐਸਚਨ ਦੇ ਅੰਦਰ ਪ੍ਰੋਵਾਈਡ ਨਹੀਂ ਕੀਤੀ ਜਾਂਦੀ। ਇਨ ਦੈਟ ਕੇਸ ਨਵੀਂ ਰੇਸ਼ੋ, ਸੈਕਰੀਫਾਈਸਿੰਗ ਰੇਸ਼ੋ, ਗੇਨਿੰਗ ਰੇਸ਼ੋ ਉਹ ਅਸੀਂ ਕਿਸ ਤਰ੍ਹਾਂ ਕੈਲਕੂਲੇਟ ਕਰਾਂਗੇ। ਠੀਕ ਹੈ ਜੀ। ਇੱਕ ਐਗਜ਼ਾਮਪਲ ਲੈਂਦੇ ਹਾਂ ਆਪਾਂ ਇਸ ਦੇ ਉੱਪਰ। A, B and C are the partners in a firm with equal rights। ਦੇਖੋ ਤਿੰਨ ਪਾਰਟਨਰ ਦੇ ਰਾਈਟਸ ਕੀ ਹੈ? ਇਕੁਅਲ ਹੈ, ਮਤਲਬ ਕਿ ਉਹਨਾਂ ਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਇਕੁਅਲ ਹੈ। ਸੀ ਰਿਟਾਇਰ ਫਰੋਮ ਦ ਫਰਮ, ਸੀ ਰਿਟਾਇਰ ਹੋ ਰਿਹਾ। ਇਨ ਦਿਸ ਕੇਸ ਵੈਨ ਨੋ ਫਰਦਰ ਇਨਫੋਰਮੇਸ਼ਨ ਇਜ਼ ਗਿਵਨ ਫॉर द फ्यूचर रेशो, ओल्ड रेशो of the remaining partner will be the new ratio of the remaining partner। ਜੋ ਉਹਨਾਂ ਦੀ ਪੁਰਾਣੀ ਰੇਸ਼ੋ ਸੀ ਉਸੇ ਨੂੰ ਹੀ ਅਸੀਂ ਨਵੀਂ ਰੇਸ਼ੋ ਡਿਕਲੇਅਰ ਕਰ ਦਿੰਦੇ ਹਾਂ। ਦੇਖੋ ਪੁਰਾਣੀ ਰੇਸ਼ੋ ਕਿੰਨੀ ਸੀ? A B C ਦੀ 1/3 1/3 ਐਂਡ 1/3। ਜਦੋਂ ਇਹਦੇ ਵਿੱਚੋਂ C ਨਿਕਲ ਗਿਆ, ਆਪਣਾ 1/3 ਸ਼ੇਅਰ ਲੈ ਕੇ ਨਿਕਲ ਗਿਆ, ਤਾਂ ਰਿਮੇਨਿੰਗ ਰੇਸ਼ੋ ਦਾ ਇਹ ਮਤਲਬ ਨਹੀਂ ਕਿ ਤੁਸੀਂ 1/3 ਨੂੰ ਹੀ ਨਿਊ ਰੇਸ਼ੋ ਕਹਿ ਦੋਗੇ। ਨੋ, ਪਾਰਟਨਰ ਕਿੰਨੇ ਬਚੇ? 2, A ਤੇ B। ਇਹਦਾ ਮਤਲਬ ਬੇਸ ਕੀ ਹੋਊਗਾ ਥੱਲੇ? 2। ਇਟ ਮੀਨਸ ਨਿਊ ਰੇਸ਼ੋ will be 1/2 and 1/2। we have to find their gaining ratio। in this case ਸਾਨੂੰ gaining ratio find ਕਰਨੀ ਪਏਗੀ because in this case no partner will sacrifice। ਇਹ ਚੀਜ਼ ਨੂੰ ਯਾਦ ਰੱਖਣਾ ਜ਼ਰੂਰੀ ਹੈ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਕੇਸਿਸ ਆਉਂਦੇ ਆ ਕੋਈ ਵੀ ਪਾਰਟਨਰ ਜਿਹੜਾ ਹੈ ਉਹ ਸੈਕਰੀਫਾਈਸ ਨਹੀਂ ਕਰੇਗਾ। ਕਾਰਨ ਕੀ ਹੈ? ਦੇਖੋ ਇੱਕ ਪਾਰਟਨਰ ਚਲਿਆ ਗਿਆ ਜੋ ਪੁਰਾਣੀ ਰੇਸ਼ੋ ਸੀ ਉਸ ਨੂੰ ਅਸੀਂ ਨਵੀਂ ਰੇਸ਼ੋ ਡਿਕਲੇਅਰ ਕਰ ਦਿੱਤਾ, ਤਾਂ ਇਨ ਦੈਟ ਕੇਸ ਕੋਈ ਵੀ ਸੈਕਰੀਫਾਈਸ ਨਹੀਂ ਕਰ ਰਿਹਾ। ਸੈਕਰੀਫਾਈਸ ਇਹ ਵਿਲ ਗੇਨ। ਹੁਣ ਗੇਨ ਕਿੰਨਾ ਕਿੰਨਾ ਹੋਏਗਾ? ਪੁਰਾਣੀ ਰੇਸ਼ੋ, ਦੇਖੋ ਗੇਨਿੰਗ ਰੇਸ਼ੋ ਦਾ ਫਾਰਮੂਲਾ ਕੀ ਹੈ? ਨਿਊ ਰੇਸ਼ੋ ਮਾਈਨਸ ਓਲਡ ਰੇਸ਼ੋ। ਹੁਣ ਨਵੀਂ ਰੇਸ਼ੋ ਕਿੰਨੀ ਹੈ? A ਦੀ 1/2। ਪੁਰਾਣੀ ਰੇਸ਼ੋ ਕੀ ਸੀ? 1/3। ਮਾਈਨਸ ਕਰਾਂਗੇ ਤਾਂ 1/6 ਆਏਗੀ। ਇਹ ਇਸ ਦਾ ਗੇਨਿੰਗ ਸ਼ੇਅਰ ਹੈ। ਤੇ B ਦਾ ਵੀ ਸੇਮ ਆਏਗਾ ਕਿਉਂਕਿ ਜੋ B ਹੈ ਉਸ ਦੀ ਨਵੀਂ ਤੇ ਪੁਰਾਣੀ ਰੇਸ਼ੋ ਸੇਮ ਹੀ ਹੈ, ਇਸ ਕਰਕੇ ਉਸ ਦਾ ਗੇਨਿੰਗ ਸ਼ੇਅਰ ਵੀ ਕਿੰਨਾ ਆਏਗਾ? 1/6। ਨੈਕਸਟ ਕੁਐਸਚਨ ਹੈ A, B ਐਂਡ C ਆਰ ਦਾ ਪਾਰਟਨਰ। 5:3:2 ਦੀ ਰੇਸ਼ੋ ਹੈ। C ਰਿਟਾਇਰ ਹੋ ਗਿਆ ਫਰਮ ਦੇ ਵਿੱਚੋਂ ਤਾਂ ਨਿਊ ਰੇਸ਼ੋ ਕਿੰਨੀ ਹੋਏਗੀ? 5:3 ਦੀ। ਹੁਣ ਇਨ ਦਿਸ ਕੇਸ A ਵਿਲ ਗੇਨ। A ਦੇ ਕੋਲ ਗੇਨ ਕਿੰਨਾ ਹੋਏਗਾ? ਨਿਊ ਮਾਈਨਸ ਓਲਡ। ਨਿਊ ਰੇਸ਼ੋ ਕਿੰਨੀ ਆ? 5/8। ਓਲਡ ਰੇਸ਼ੋ ਕਿੰਨੀ ਸੀ? 5/10। ਮਾਈਨਸ ਕੀਤਾ ਤਾਂ 5/40 ਉਸ ਦੀ ਰੇਸ਼ੋ ਆਈ। B ਵਿਲ ਗੇਨ। B ਕਿੰਨਾ ਗੇਨ ਕਰੇਗਾ? 3/8 ਮਾਈਨਸ 3/10 ਤਾਂ ਉਹ 3/40 ਉਸ ਦਾ ਗੇਨ ਆਏਗਾ। ਠੀਕ ਹੈ ਜੀ। ਕੇਸ ਨੰਬਰ 2 ਦੇਖਦੇ ਹਾਂ ਆਪਾਂ। ਇਹ ਜਿਹੜਾ ਅਸੀਂ ਕੇਸ ਨੰਬਰ 1 ਕੀਤਾ ਇਹ ਸਭ ਤੋਂ ਈਜ਼ੀ ਮੈਥਡ ਹੈ ਔਰ ਇਹ ਕਹਿ ਲਓ ਕਿ 90% ਜਿਹੜੇ ਕੁਐਸਚਨਸ ਹੁੰਦੇ ਆ ਉਹ ਇਸੇ ਟਰੈਕ 'ਤੇ ਹੁੰਦੇ ਆ। ਜਦੋਂ ਅਸੀਂ ਵੱਡਾ ਕੁਐਸਚਨ ਸੋਲਵ ਕਰਦੇ ਹਾਂ ਉਹ ਇਸੇ ਟਰੈਕ 'ਤੇ ਹੁੰਦਾ ਹੈ। ਕੇਸ ਨੰਬਰ 2 ਵੈਨ ਨਿਊ ਰੇਸ਼ੋ ਆਫ ਰਿਮੇਨਿੰਗ ਪਾਰਟਨਰ ਇਜ਼ ਗਿਵਨ। ਜਦੋਂ ਨਵੀਂ ਰੇਸ਼ੋ ਦਿੱਤੀ ਹੋਏਗੀ ਫਿਰ ਤਾਂ ਕੁਐਸਚਨ ਬਹੁਤ ਸਿੰਪਲ ਹੋ ਗਿਆ ਕਿ ਨਵੀਂ ਰੇਸ਼ੋ ਦਿੱਤੀ ਹੋਈ ਹੈ, ਓਲਡ ਰੇਸ਼ੋ ਵੀ ਗਿਵਨ ਹੈ ਤਾਂ ਅਸੀਂ ਫਾਰਮੂਲਾ ਅਡੋਪਟ ਕਰਾਂਗੇ ਨਿਊ ਰੇਸ਼ੋ ਮਾਈਨਸ ਓਲਡ ਰੇਸ਼ੋ।
ਤਾਂ ਸਾਡੀ ਗੇਨਿੰਗ ਰੇਸ਼ੋ ਨਿਕਲ ਆਏਗੀ। A, B and C are equal partner. B retire from the firm. A and C will decide to share future profit in 3:2 ratio. देखो ਜਦੋਂ ਸਾਨੂੰ ਨਵੀਂ ਰੇਸ਼ੋ ਦਿੱਤੀ ਹੋਈ ਹੈ, in this case it is possible कि एक पार्टनर जो है वो गेन करे और दूसरा पार्टनर जो है वो सैक्रीफाइस करे। ये पॉसिबिलिटी है, इस करके इत्थे सानू फॉर्मूला मैनुअली लगा के फाइंड करना पएगा। की आंसर आएगा इसका? न्यू रेशो ऑफ ए एंड बी 3:2 दी होएगी, क्योंकि दिती हुई है सानू वी मे यूज़ द फॉर्मूला टू कैलकुलेट सैक्रीफाइसिंग रेशो। तुसीं जो मर्जी फॉर्मूला यूज़ कर सकते हैं, सैक्रीफाइस रेशो का भी यूज़ कर सकते हो और गेनिंग रेशो का फॉर्मूला भी यूज़ कर सकते हो। अगर सैक्रीफाइस रेशो का फॉर्मूला यूज़ किया तो की फॉर्मूला सी ओल्ड माइनस न्यू, तो साडा जो आंसर है गेनिंग रेशो का जो आंसर है वो माइनस जाएगा। ठीक है जी। अगर असी फॉर्मूला यूज़ करते हैं न्यू माइनस ओल्ड तो गेनिंग रेशो साडे कोल पॉजिटिव आएगी, तो उत्थे सैक्रीफाइस नैगेटिव आएगा। ठीक है, तो तुसीं इसनूं सॉल्व करके देख लेना। 1/3 माइनस ये साडे कोल ओल्ड रेशो आ, क्योंकि वो इक्वल राइट सी उन्हां दे, और न्यू रेशो कितनी है 3:2 दी। 3/5 माइनस किया -4/15, इट मीनस इसका गेन आया। जो माइनस आंसर आएगा तो गेन आएगा। वो क्यों आऊगा? क्योंकि साडा फॉर्मूला की है ओल्ड माइनस न्यू। जदों ओल्ड रेशो थोड़ी घट है और नवी रेशो थोड़ी ज़्यादा है तो आंसर की आएगा? देखो घट नू ज़्यादा चो घटाओगे तो आंसर माइनस आएगा। ठीक है, अगर 2 - 3 करोगे तो आंसर माइनस जाएगा, अगर 3 - 2 करांगे तो आंसर पॉजिटिव होएगा। नेक्स्ट क्वेश्चन है ए बी सी आर पार्टनर 3:1 रेशो। बी रिटायर्स फ्रॉम द फर्म। ए एंड सी डिसाइड टू फ्यूचर शेयर इन इक्वल रेशो। हुण देखो इत्थे की है, बी रिटायर हो गया, बी इस दे विचों रिटायर हो रहा। ए और सी दी जो पुरानी रेशो है वो 3 और 1 दी रेशो सी, और न्यू रेशो उन्होंने की रखी है, डिसाइड की है इक्वल। हुण इत्थे की आएगा आंसर? असी यूज़ की करांगे? जिहड़ा मर्जी फॉर्मूला मैं कहा सी तुसीं यूज़ कर सकते हो। सैक्रीफाइसिंग रेशो का मैं फॉर्मूला यूज़ कर रहा, ओल्ड माइनस न्यू करते हैं आपां। ए दा ओल्ड रेशो 3/6, न्यू कितना है हाफ, क्योंकि इक्वल रेशो है, तो इत्थे की आ गया? 0 आंसर आ गया। मतलब ए ना तो कोई सैक्रीफाइस कर रहा ना ही कोई गेन च जा रहा। लेकिन अगर असी सी की गल करिए तो सी दे कोल की है 1/6, ਇਹਦਾ ओल्ड रेशो है, ओल्ड शेयर है, -1/2 करांगे तो ये कोल गेन कितना चला गया? -2/6। ये इसका गेन है। ਇਹਦਾ मतलब जो बंदा रिटायर होया ਉਹਦਾ सारा हिस्सा किस नूं मिल गया? सी नूं मिल गया। ठीक है जी। इफ़ वी अज्यूम दैट न्यू रेशो ऑफ ए एंड सी विल बी 2:3, अगर आप अज्यूम करिए कि ए और सी की नवी रेशो 2:3 है, ताकि आएगा साडा फॉर्मूला ओल्ड रेशो का यूज़ करांगे असी, सैक्रीफाइस रेशो वाला फॉर्मूला यूज़ किया जाएगा, ओल्ड माइनस न्यू 3/6 - 2/5। तो हुण इत्थे देखो ए ने सैक्रीफाइस कर दिता। वो क्यों किया? क्योंकि ए दी फ्यूचर रेशो जिहड़ी है सी तो घट है, और पुरानी रेशो दे विच देखो ए दी रेशो जो है सी तो ज़्यादा सी, और न्यू रेशो दे विच फ्यूचर दे विच ए सी तो घट ले रहा, इस करके ए सैक्रीफाइस कर गया और बी गेन कर गया। ठीक है ना। ये असी जो गेनिंग रेशो सैक्रीफाइस रेशो फाइंड आउट कर रहे हैं, ये साडे यूज़ होएगी जिथे असी अकाउंटिंग ट्रीटमेंट ऑफ रिजर्व्स करना है, अकाउंटिंग ट्रीटमेंट ऑफ गुडविल करांगे। नेक्स्ट केस है वैन शेयर ऑफ आउटगोइंग पार्टनर डिवाइड अमंग द रिमेनिंग पार्टनर इन डिफरेंट रेशो। ਜਦੋਂ ਜਿਹੜਾ ਆਊਟਗੋਇੰਗ ਪਾਰਟਨਰ ਹੈ ਉਹ ਆਪਣਾ ਸ਼ੇਅਰ ਰਿਮੇਨਿੰਗ ਪਾਰਟਨਰਸ ਨੂੰ ਇੱਕ ਡਿਫਰੈਂਟ ਰੇਸ਼ੋ ਦੇ ਵਿੱਚ ਡਿਵਾਈਡ ਕਰਕੇ ਜਾਂਦਾ ਹੈ। ਏ ਬੀ ਸੀ ਆਰ ਇਕੁਅਲ ਪਾਰਟਨਰ। ਏ ਰਿਟਾਇਰ ਹੋ ਗਿਆ ਫਰਮ ਦੇ ਵਿੱਚੋਂ ਤੇ ਉਸ ਦਾ ਸ਼ੇਅਰ ਜਿਹੜਾ ਹੈ ਬੀ ਤੇ ਸੀ ਦੇ ਵਿੱਚ 3:2 ਦੀ ਰੇਸ਼ੋ ਨਾਲ ਡਿਵਾਈਡ ਹੋ ਰਿਹਾ। ਮਤਲਬ ਏ ਦੇ ਕੋਲ ਕੀ ਸੀ? ਏ ਦੇ ਕੋਲ 1/3 ਸ਼ੇਅਰ ਸੀ। ਬੀ ਉਹਦਾ ਕਿੰਨਾ ਪਾਰਟ ਲੈ ਕੇ ਜਾ ਰਿਹਾ? बी और सी दे विच ओह 3:2 ਦੀ रेशो दे विच डिवाइड हो रहा। ਇਹਦਾ मतलब 3/5 कौन लैके जा रहा? बी। तो 1/3 ਦਾ 3/5 कितना होएगा? 3/15। ਇਹਦਾ मतलब उस दे 1/3 शेयर दे विचों 3/15 शेयर जो है ये बी लैके जाएगा, और जो रिमेनिंग बचेगा वो सी लैके जाऊगा। सो असी की करांगे इसनूं
ਪਹਿਲਾਂ 3/15 ਅਸੀਂ ਫਾइंड कर लिया, फिर ਅਸੀਂ ਉਸ ਦੇ ਸ਼ੇਅਰ ਦੇ ਵਿੱਚ ਇਸ ਨੂੰ ਅਸੀਂ ਐਡ ਕਰ ਦਾਂਗੇ। ਐਡ ਕੀਤਾ ਤਾਂ ਨਵਾਂ ਸ਼ੇਅਰ ਕਿਸ ਦਾ ਆਇਆ, B ਦਾ 8/15 ਆ ਗਿਆ। ਇਸੇ ਤਰ੍ਹਾਂ ਅਸੀਂ C ਦਾ ਲੱਭ ਲਾਂਗੇ। 1/3 ਦਾ 2/5 ਜਿਹੜਾ ਹੈ ਉਹ C ਲੈ ਕੇ ਗਿਆ ਸੀ, ਮਤਲਬ 2/15 C ਲੈ ਗਿਆ, ਤਾਂ ਉਸ ਨੂੰ ਅਸੀਂ ਉਹਦੇ ਸ਼ੇਅਰ 'ਚ ਪਲੱਸ ਕਰ ਦਿੱਤਾ। 1/3 ਪਲੱਸ 2/15 ਕੀਤਾ ਤਾਂ ਉਹਦਾ ਸ਼ੇਅਰ ਕਿੰਨਾ ਆ ਗਿਆ, 7/15। ਸੋ ਸਾਡੀ ਰੇਸ਼ੋ ਕਿੰਨੀ ਬਣ ਗਈ, 8/15 ਤੇ 7/15। मतलब जो साड़ी रेशो है वो 8:7 साड़ी न्यू रेशो है। और गेनिंग रेशो सानू ऑलरेडी गिवन है क्वेश्चन के अंदर कि ए दा जो शेयर है वो किन्नी रेशो दे विच आपस च डिवाइड कर रहे हैं, 3/2। इट मीनस जो गेनिंग रेशो वो किन्नी है, 3/2। 3 साड़ी गेनिंग रेशो है। क्लियर। नैक्सट क्वेश्चन है ए बी एंड सी आर इक्वल पार्टनर्स। ए रिटायर्स हो रहा फर्म दे विचों, बी एक्वायर 1/6 फ्रॉम एज शेयर एंड सेम विल एक्वायर बाय सी। हुण इत्थे साडे कोल देखो की है, बी दा नवां शेयर कितना है, बी दा शेयर है 1/3 प्लस 1/6, क्योंकि उसने की किया 1/6 फ्रॉम एज शेयर। हुण उन्हां दे इक्वल राइट्स ने, मतलब कि 1/3 1/3 दा हाफ शेयर कौन लैके जा रहा, ठीक है ना, वो बी लैके जा रहा, और बाकी जो रिमेनिंग पार्ट है वो भी हाफ ही है, वो कौन लैके जा रहा, सी लैके जा रहा। क्वेश्चन नूं देखो थोड़ा जिहा समझण दी ज़रूरत है। की लिखिया, बी एक्वायर्स 1/6 फ्रॉम एज शेयर, 1/6 फ्रॉम। हुण 1/6 जिहड़ा लैके जा रहा वो 1/3 दा पार्ट है, वो तो 1/3 दा 1/6 कितना बनता है। अगर असी 1/3 नूं मल्टीप्लाई करते हैं 1/2 नाल, 1/2 मतलब वह हाफ हो गया, तो 1/3 दा हाफ कितना हुंदा है, 1/6। अगर वह हाफ मीनस के 1/6 बी लैके जा रहा, तो रिमेनिंग पिछे की बचता है, वह भी 1/2 ही बचता है, तो 1/2 मीनस वह भी 1/6 ही बचता है, तो वह कौन लैके जा रहा, सी। तो असी उन्होंने ओल्ड रेशो के इसनूं प्लस कर देंगे, 1/3 प्लस 1/6, मतलब कि बी का न्यू शेयर बनता 3/6, सी का न्यू शेयर बनता 3/6, तो न्यू रेशो भी कितनी होएगी, उन्होंने इक्वल ही होएगी। और जो गेनिंग रेशो है वो भी इक्वल है, क्योंकि उन्होंने इक्वल 1/6 ही उन्होंने हिस्सा जोड़ा है आपस च डिवाइड किया। केस नंबर 4 थोड़ा इंपॉर्टेंट है, इस दे अंदर की है, थोड़ा जा अलग है उन्होंने सारे केसेस नालों। वैन आउटगोइंग पार्टनर विल सोल्ड हिज शेयर टू द रिमेनिंग पार्टनर फॉर कंसीडरेशन ऑफ मनी, मॉनिटरी कंसीडरेशन लैके वो अपना शेयर जोड़ा है रिमेनिंग पार्टनर नूं वेच के जाता है। हुण इहदे विच की होएगा, ए बी एंड सी आर इक्वल पार्टनर्स, तीन इक्वल पार्टनर सी। सी रिटायर हो गया फर्म दे विचों एंड ही सोल्ड हिज शेयर फॉर 1,20,000। उन्हें अपना शेयर टोटल 1,20,000 दे विच वेचिया, जिस दे विचों उन्हें 80,000 फ्रॉम ए, 80,000 उसने ए तो लए, ਇਹਦਾ मतलब रिमेनिंग 40,000 उसने किस तो लए होणगे, रिमेनिंग उसने किस तो लए होणगे, बी तो ऑब्वियसली, क्योंकि सी रिटायर हो रहा, ए तो वो 80,000 लै रहा, तो बी तो 40,000 लेगा। हुण असीं करना की है, देखो टोटल कंसीडरेशन है 1,20,000 का, जिस दे विचों 80,000 जिहड़ा है पेड बाय ए एंड रिमेनिंग 40,000 विल पेड बाय बी। हुण असीं की करना इन दिस केस, वी विल मेक अ रेशो ऑफ कंसीडरेशन पेड बाय द रिमेनिंग पार्टनर्स। जो रिमेनिंग पार्टनर द्वारा जो कंसीडरेशन मॉनिटरी कंसीडरेशन उसनूं पे किया गया, असी उसकी एक रेशो बनावांगे। 80,000 पेड बाय ए, 40,000 पेड बाय बी, दोनों की रेशो बनाई, कितनी बनी, 2:1, 2:1 की रेशो बनी। यही इन्हां दी गेनिंग रेशो है, क्योंकि उन्होंने जो शेयर उसका जो शेयर सी इक्वल, मतलब कि 1/3 शेयर सी, 2:1 की रेशो के उन्होंने आपस च डिवाइड कर लिया। हुण इत्थों क्वेश्चन सेम हो गया कि सी ने कितना अक्वायर किया, सॉरी सी का जो शेयर सी वो ए ने कितना अक्वायर किया, 1/3 दा 2/3, क्योंकि 2:1 2/3 आ जाएगा, वो ए लैके जा रहा, और वो कितना लैके जाएगा, मल्टीप्लाई कर लो इसनूं 2/9, तो उस दे विच असीं प्लस कर देंगे। ए दे विच न्यू रेशो ऑफ ए कितनी आती है, 1/3 प्लस 2/9, तो 5/9 इसकी नवी रेशो है।
B ਦੀ ਨਵੀਂ ਰੇਸ਼ੋ ਕਿੰਨੀ ਹੋਏਗੀ, ਉਸ ਨੂੰ ਅਸੀਂ 1/3 ਨਾਲ ਕੱਢ ਲਿਆ। ਠੀਕ ਆ, ਮਲਟੀਪਲਾਈ ਕੀਤਾ 1/9, 1/9 ਉਸ ਦੇ 1/3 ਸ਼ੇਅਰ ਦੇ ਵਿੱਚ ਅਸੀਂ ਪਲੱਸ ਕਰਾਂਗੇ ਤਾਂ ਨਵੀਂ ਰੇਸ਼ੋ ਕਿੰਨੀ ਆਏਗੀ 4/9। ਨਿਊ ਰੇਸ਼ੋ ਸਾਡੀ ਕਿੰਨੀ ਹੈ 5/4 ਔਰ ਗੇਨਿੰਗ ਰੇਸ਼ੋ ਕਿੰਨੀ ਹੈ 2/1 ਕਿਉਂਕਿ 80,000 ਤੇ 40,000 ਦਾ ਜੋ ਸਾਡਾ ਕੰਬੀਨੇਸ਼ਨ ਬਣਦਾ ਹੈ, ਸਾਡੀ ਰੇਸ਼ੋ ਬਣਦੀ ਹੈ ਉਹ 2/1 ਦੀ ਬਣਦੀ ਹੈ। ਠੀਕ ਹੈ ਜੀ, ਇਹ ਸਾਰੇ ਟੌਪਿਕ ਸੀ ਆਪਣੇ ਕਿ ਨਵੀਂ ਰੇਸ਼ੋ ਅਸੀਂ ਕਿਵੇਂ ਫਾਈਂਡ ਕਰਨੀ ਆ, ਸੈਕਰੀਫਾਈਸ ਰੇਸ਼ੋ ਅਸੀਂ ਕਿਸ ਤਰ੍ਹਾਂ ਫਾਈਂਡ ਕਰਾਂਗੇ, ਗੇਨਿੰਗ ਰੇਸ਼ੋ ਅਸੀਂ ਕਿਸ ਤਰ੍ਹਾਂ ਫਾਈਂਡ ਕਰਾਂਗੇ ਇਨ ਕੇਸ ਆਫ ਰਿਟਾਇਰਮੈਂਟ ਆਫ ਅ ਪਾਰਟਨਰ। ਇਹਨਾਂ ਨੂੰ ਆਪਾਂ ਯੂਜ਼ ਕਿਵੇਂ ਕਰਨਾ ਹੈ ਉਹ ਆਪਾਂ ਅਗਲੇ ਟੌਪਿਕ ਦੇ ਵਿੱਚ ਦੇਖਾਂਗੇ। ਸੋ ਥੈਂਕਸ ਫॉर द ਵਾਚਿੰਗ ਵੀਡੀਓ। Please subscribe, share the channel for the next update. Thank you.